ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਹਰ ਮੰਦਰ ਸੋਈ ਆਖੀਐ, ਜਿਤਹੁ ਹਰ ਜਾਤਾ। ਮਾਨਸ ਦੇਹ ਗੁਰਬਚਨੇ ਪਾਇਆ, ਸਭ ਆਤਮ ਰਾਮ ਪਛਾਤਾ। ਬਾਹਰ ਮੂਲ ਨ ਖੋਜੀਐ, ਘਰ ਮਾਹੇ ਵਿਧਾਤਾ। ਮਨ ਮੁਖ ਹਰ ਮੰਦਰ ਕੀ ਸਾਰ ਨ ਜਾਣਨੇ, ਤਿਨੀ ਜਨਮ ਗਵਾਤਾ। ਸਭ ਮਹਿ ਇੱਕ ਵਰਤਦਾ, ਗੁਰ ਸਬਦੀ ਪਾਇਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਦੇ ਸਥਾਨ ਸੋ ਘਰ ਵਿੱਚ ਚੱਲ ਰਹੀ ਲੜੀਵਾਰ ਕਥਾ, ਜੋ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਇਹ ਬਾਣੀ ਉਚਾਰਨ ਕੀਤੀ ਔਰ ਕਥਾ ਵੀ ਕੀਤੀ ਔਰ ਇਸ ਰੀਤ ਨੂੰ ਪਰਪੱਕ ਕਰ ਦਿੱਤਾ। ਗੁਰਸਿੱਖਾਂ ਦੇ ਕਥਾ ਸੁਣਦਿਆਂ ਸੁਣਦਿਆਂ ਅੰਦਰ ਰੰਗ ਲੱਗ ਗਿਆ, ਬਦੇ ਮੁਕਤ ਹੋ ਗਏ। ਸਤਿਗੁਰਾਂ ਨੇ ਗੁਰਸਿੱਖਾਂ ਦੇ ਵਿੱਚ ਕਥਾ ਦੀ ਰੀਤ ਨੂੰ ਪਰਪੱਕ ਕਰ ਦਿੱਤਾ। ਸੋ ਉਸੇ ਕਿਰਪਾ ਦੇ ਅਧੀਨ ਹੀ ਚੱਲ ਰਹੇ ਕਾਰਜਾਂ ਵਿੱਚ ਸਤਿਗੁਰੂ ਗਰੀਬ ਨਵਾਜ ਜੀ ਦੇ ਬਚਨਾਂ ਨੂੰ ਜੀਵਨ ਵਿੱਚ ਸਮਝੀਏ ਔਰ ਗੁਰੂ ਸਾਹਿਬ ਦੀਆਂ ਕਿਰਪਾ ਪ੍ਰਾਪਤ ਕਰੀਏ ਜੀ। ਪੌੜੀ ਹਰ ਮੰਦਰ ਸੋਈ ਆਖੀਐ, ਜਿਤਹੁ ਹਰ ਜਾਤਾ। ਮਹਾਰਾਜ ਜੀ ਕਹਿੰਦੇ ਇਸ ਪੌੜੀ ਦੇ ਵਿੱਚ, ਕਹਿੰਦੇ ਹਰੀ ਦਾ ਮੰਦਰ ਕਿਹੜਾ ਹੈ, ਪਰਮਾਤਮਾ ਦਾ ਘਰ ਕਿਹੜਾ ਹੈ। ਇੱਕ ਤਾਂ ਹਰ ਮੰਦਰ ਬਾਹਰ ਗੁਰੂ ਸਾਹਿਬ ਨੇ ਸਾਜਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਔਰ ਉਸ ਹਰਿਮੰਦਰ ਸਾਹਿਬ ਦੇ ਵਿੱਚੋਂ ਬਾਣੀ ਦਾ ਉਪਦੇਸ਼ ਕੀਰਤਨ ਸਰਵਣ ਕਰਕੇ ਪਤਾ ਲੱਗਾ ਕਿ ਇਹ ਵੀ ਹਰਿਮੰਦਰ ਹੈ। ਸਰੀਰ ਜਿਹੜਾ ਮਿਲਿਆ ਹੈ ਉਸ ਨੂੰ, ਇਸ ਸਰੀਰ ਨੂੰ ਹਰਿਮੰਦਰ ਆਖਿਆ ਹੈ ਕਿਉਂਕਿ ਇੱਥੋਂ ਹਰੀ ਨੂੰ ਜਾਤਾ ਹੈ। ਇੱਥੇ ਸਿਮਰਨ ਕਰਕੇ ਗੁਰਮਤਿ ਦੀ ਕਮਾਈ ਕਰਕੇ ਵਾਹਿਗੁਰੂ ਦੇ ਦਰਸ਼ਨ ਸਰੀਰ ਵਿੱਚੋਂ ਕੀਤੇ ਹਨ। ਮਾਨਸ ਦੇਹ ਗੁਰ ਬਚਨੇ ਪਾਇਆ, ਸਭ ਆਤਮ ਰਾਮ ਪਛਾਤਾ। ਇਹ ਗੁਰੂ ਕੇ ਬਚਨਾਂ ਦੇ ਦੁਆਰਾ ਜਿਹੜੀ ਮਾਨਸ ਦੇਹ ਦੇ ਵਿੱਚ ਦਾਤ ਸੀ ਉਹਨੂੰ ਪ੍ਰਾਪਤ ਕਰ ਲਿਆ ਹੈ। ਮਾਨਸ ਦੇਹ ਦੇ ਵਿੱਚ ਜਿਹੜੀ ਬਖਸ਼ਿਸ਼ ਸੀ, ਨਾਮ ਦੀ ਸ਼ਬਦ ਦੀ ਗੁਪਤ ਸੀ ਜਿਹੜੀ, ਉਹ ਗੁਰੂ ਕੇ ਬਚਨ ਕਮਾ ਕੇ ਉਹਨੂੰ ਪਾ ਲਿਆ ਹੈ। ਔਰ ਫਿਰ ਅੰਦਰ ਆਤਮ ਰਾਮ ਦੇ ਦਰਸ਼ਨ ਕਰਕੇ ਫਿਰ ਉਸ ਆਤਮ ਰਾਮ ਨੂੰ ਸਾਰੇ ਥਾਵਾਂ 'ਤੇ ਪਹਿਚਾਣ ਲਿਆ ਹੈ ਗੁਰਸਿੱਖਾਂ ਨੇ। ਬਾਹਰ ਮੂਲ ਨ ਖੋਜੀਐ, ਘਰ ਮਾਹੇ ਵਿਧਾਤਾ। ਉਹ ਜਿਨ੍ਹਾਂ ਨੇ ਵੇਖਿਆ ਉਹ ਕਹਿੰਦੇ ਬਾਹਰ ਬਿਲਕੁਲ ਨਹੀਂ ਖੋਜਣਾ ਚਾਹੀਦਾ, ਬਾਹਰ ਤਾਂ ਹੈ ਹੀ ਨਹੀਂ ਵਾਹਿਗੁਰੂ ਸੱਚਾ ਪਾਤਸ਼ਾਹ, ਕਿਉਂਕਿ ਸਿਰਜਣਹਾਰ ਸੱਚਾ ਪਾਤਸ਼ਾਹ ਵਾਹਿਗੁਰੂ ਕਿਸਮਤ ਲਿਖਣ ਵਾਲਾ ਅੰਦਰ ਹੀ ਬੈਠਾ ਹੋਇਆ ਹੈ। ਮਨ ਮੁਖ ਹਰ ਮੰਦਰ ਕੀ ਸਾਰ ਨਾ ਜਾਣਨੇ, ਤਿਨੇ ਜਨਮ ਗਵਾਤਾ। ਪਰ ਮਨਮੁਖ ਇਸ ਹਰਿਮੰਦਰ ਰੂਪੀ ਸਰੀਰ ਦੀ ਸਾਰ ਨਹੀਂ ਜਾਣਦੇ ਵੀ ਇਸ ਸਰੀਰ ਦੇ ਨਾਲ ਕੀ ਕਰਨਾ। ਉਹ ਸੋਚਦੇ ਹਨ ਕਿ ਇਸ ਸਰੀਰ ਦੇ ਨਾਲ ਬਸ ਸਿਰਫ ਸਰੀਰ ਦੇ ਭੋਗ ਹੀ ਕਰਨੇ ਹਨ। ਸਵੇਰੇ ਉੱਠੇ, ਚੰਗਾ ਰੱਜ ਕੇ ਖਾ ਪੀ ਲਿਆ, ਫਿਰ ਇਹਦੇ ਨਾਲ ਕੰਮ ਹੀ ਕਰਨਾ ਸਿਰਫ, ਫਿਰ ਇਹਦੇ ਨਾਲ ਰਸਨਾ ਦੇ ਨਾਲ ਸਿਰਫ ਗੱਲਾਂ, ਨਿੰਦਿਆ, ਚੁਗਲੀ ਕਰਨੀ ਸਾਰਾ ਦਿਨ। ਇਹ ਕੰਨਾਂ ਦੇ ਨਾਲ ਝੂਠ ਸੱਚ ਜਿਹੜਾ ਕਿਸੇ ਦੀ ਬਦਖੋਹੀ ਸੁਣਨੀ ਹੈ, ਇਸੇ ਵਾਸਤੇ ਮਿਲੇ ਨੇ ਕੰਨ ਤੇ ਰਸਨਾ। ਅੱਖਾਂ ਨਾਲ ਕਿਸੇ ਦਾ ਰੂਪ ਹੀ ਵੇਖਣਾ, ਹੋਰ ਕੋਈ ਕੰਮ ਨਹੀਂ ਅੱਖਾਂ ਦਾ। ਇਸ ਤਰ੍ਹਾਂ ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਧਨ ਨਹੀਂ ਖੋਣਾ, ਕੋਈ ਚੰਗਾ ਕੰਮ ਨਹੀਂ ਕਰਨਾ। ਇਹ ਨਹੀਂ ਸਮਝ ਆਈ ਉਹਨਾਂ ਨੂੰ। ਮਨਮੁਖ ਹਰਿਮੰਦਰ ਕੀ ਸਾਰ ਨਾ ਜਾਣਨੀ, ਉਹ ਸਾਰ ਨਹੀਂ ਜਾਣੀ ਇਹਨਾਂ ਵੀ ਇਹਦੇ ਹਿਰਦੇ ਵਿੱਚ ਨਾਮ ਦਾ ਤੱਤ ਵਸਿਆ ਹੋਇਆ, ਉਹਨੂੰ ਪ੍ਰਾਪਤ ਕਰਨਾ ਹੈ। ਇਸ ਕਰਕੇ ਉਹਨਾਂ ਨੇ ਆਪਣਾ ਜਨਮ ਵਿਅਰਥ ਵਿੱਚ ਹੀ ਗਵਾ ਲਿਆ ਹੈ। ਸਭ ਮਹਿ ਇੱਕ ਵਰਤਦਾ, ਗੁਰ ਸਬਦੀ ਪਾਇਆ ਜਾਏ। ਸਾਰਿਆਂ ਦੇ ਵਿੱਚ ਇੱਕੋ ਹੀ ਵਰਤਦਾ ਸੱਚਾ ਪਾਤਸ਼ਾਹ, ਜੋਤ ਸਰੂਪ ਕਰਕੇ, ਪਰ ਪ੍ਰਾਪਤੀ ਗੁਰੂ ਕੇ ਸ਼ਬਦ ਦੁਆਰਾ ਹੁੰਦੀ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਏ। ਸੱਚੇ ਪਾਤਸ਼ਾਹ ਜੀ ਅਸਚਰਜ ਰੂਪ ਹੈ ਆਪ ਜੀ ਦਾ ਨਾਮ, ਔਰ ਆਪ ਦੀ ਵਡਿਆਈ ਜਿਹੜੀ ਹੈ, ਮਹਿਮਾ,
ਉਹ ਬੜੀ ਵੱਡੀ ਹੈ, ਜਿਹਦੇ ਰਾਹੀਂ ਆਪ ਜੀ ਨੂੰ ਪ੍ਰਾਪਤ ਕਰ ਲਈਦਾ ਹੈ। ਸ਼ਲੋਕ ਮਹੱਲਾ ਤੀਜਾ। ਮੂਰਖ ਹੋਵੇ ਸੋ ਸੁਣੈ, ਮੂਰਖ ਕਾ ਕਹਿਣਾ। ਮੂਰਖ ਕਿਹਨੂੰ ਕਹਿੰਦੇ? ਗੁਰੂ ਅਮਰਦਾਸ ਮਹਾਰਾਜ ਜੀ ਕਿਤੇ ਬਚਨ ਕਰਦੇ ਹਨ ਗੁਰੂ ਕੇ ਸਿੱਖਾਂ ਨਾਲ ਬੈਠ ਕੇ। ਪੁੱਛ ਲਿਆ ਉਹਨਾਂ ਨੇ, ਮਹਾਰਾਜ ਮੂਰਖ ਕਿਹਨੂੰ ਕਹਿੰਦੇ ਹਨ? ਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਮੂਰਖ ਹੋਵੇ ਸੋ ਸੁਣੈ, ਮੂਰਖ ਕਾ ਕਹਿਣਾ। ਮੂਰਖ ਉਹਨੂੰ ਕਹਿੰਦੇ ਨੇ ਜਿਹੜਾ ਮੂਰਖ ਦੀ ਗੱਲ ਤੇ ਭਰੋਸਾ ਕਰ ਲੈਂਦਾ, ਜਿਹਦੇ ਪੱਲੇ ਕੱਖ ਨਹੀਂ ਹੁੰਦਾ, ਬੇਮੁਖ ਦੀ ਗੱਲ ਤੇ ਭਰੋਸਾ ਕਰਦਾ, ਉਹਨੂੰ ਮੂਰਖ ਕਹਿੰਦੇ ਹਨ। ਮੂਰਖ ਕੇ ਕਿਆ ਲਖਣ ਹੈ, ਕਿਆ ਮੂਰਖ ਕਾ ਕਰਨਾ। ਮੂਰਖ ਦੇ ਲੱਛਣ ਕੀ ਹਨ, ਨਿਸ਼ਾਨੀਆਂ ਕੀ ਹਨ, ਤੇ ਕੀ ਹੈ ਉਹਦੀ ਕਰਨੀ ਕਿਹੜੀ ਹੈ? ਮੂਰਖ ਉਹ ਜੇ ਮੁਗਧ ਹੈ, ਅਹੰਕਾਰੇ ਮਰਨਾ। ਮਹਾਰਾਜ ਕਹਿੰਦੇ ਮੂਰਖ ਹੋਏ ਜਿਹੜਾ ਮੁਗਧ ਹੈ, ਬਿਲਕੁਲ ਹੀ ਮੂਰਖਾਂ ਸਿਰ ਮੂਰਖ ਹੈ। 100 ਮੂਰਖ ਇਕੱਠੇ ਕਰੋ ਤੇ ਇੱਕ ਬਣਦਾ ਹੈ। ਤੇ ਉਹਦੀ ਵੱਡੀ ਨਿਸ਼ਾਨੀ ਹੰਕਾਰ ਵਿੱਚ ਹੀ ਰਹਿਣਾ ਦਿਨੇ ਰਾਤ, ਇਹੀ ਕਹਿਣਾ ਮੇਰੇ ਤੋਂ ਬਿਨਾਂ ਸਿਆਣਾ ਹੀ ਹੋਰ ਕੋਈ ਨਹੀਂ, ਮੈਂ ਹੀ ਸਭ ਕੁਝ ਕਰਨ ਵਾਲਾ, ਇਹਨੂੰ ਮੂਰਖ ਕਹਿੰਦੇ ਹਨ। ਇਹ ਤਾਂ ਕਮਾਣੈ ਸਦਾ ਦੁੱਖ, ਦੁੱਖ ਹੀ ਮਹਿ ਰਹਿਣਾ। ਇਸ ਕਮਾਈ ਦੇ ਨਾਲ ਸਦਾ ਦੁਖੀ ਰਹਿੰਦਾ ਮੂਰਖ, ਜਿਹੜਾ ਹੰਕਾਰ ਦੇ ਵਿੱਚ ਔਰ ਦੁੱਖ ਦੇ ਅੰਦਰ ਹੀ ਜੀਵਨ ਗੁਜ਼ਾਰ ਦਿੰਦਾ ਹੈ। ਅਤ ਪਿਆਰਾ ਪਵੈ ਖੂਹੇ, ਕਿਹੋ ਸੰਜਮ ਕਰਨਾ। ਜੇ ਕੋਈ ਬੰਦਾ ਸਿਆਣਾ ਵੀ ਬੜਾ ਹੋਵੇ ਤੇ ਪਿਆਰਾ ਵੀ ਹੋਵੇ ਤੇ ਜਾਣ ਬੁੱਝ ਕੇ ਖੂਹ ਵਿੱਚ ਡਿੱਗ ਪਏ, ਤੇ ਉਹਨੂੰ ਭਾਵੇਂ ਕਿੰਨੀਆਂ ਤੁਸੀਂ ਸਿੱਖਿਆ ਦਿਓ ਤੇ ਕਿੰਨੀਆਂ ਸਿਆਣਪਾਂ ਦਿਓ, ਉਹ ਕੁਝ ਨਹੀਂ ਸੁਣਦਾ, ਕਿਉਂਕਿ ਜਿਹਦੀ ਆਦਤ ਹੀ ਖੂਹ ਵਿੱਚ ਡਿੱਗਣ ਵਾਲੀ ਹੈ। ਹਾਥ ਦੀਪ ਕੂਵੇਂ ਪਰੇ ਵਾਲੀ ਹਾਲਤ ਹੈ। ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਿਪਤੋ ਰਹਿਣਾ। ਗੁਰਮੁਖ ਵਿਚਾਰ ਨੂੰ ਸੁਣਦਾ, ਸੱਚੇ ਪਾਤਸ਼ਾਹ ਜੀ ਦੀ ਗੁਰੂ ਦੀ ਵਿਚਾਰ ਨੂੰ ਸੁਣ ਕੇ ਅੰਦਰ ਵਸਾਉਂਦਾ ਹੈ, ਤੇ ਫਿਰ ਅਲਿਪਤ ਰਹਿੰਦਾ ਸੰਸਾਰ ਦੇ ਪਦਾਰਥਾਂ ਥੀ। ਹਰ ਨਾਮ ਜਪੈ ਆਪ ਉਦਰੈ, ਉਸ ਪਿਛੈ ਡੁੱਬਦੇ ਪੀ ਤਰਨਾ। ਉਹ ਆਪ ਵਾਹਿਗੁਰੂ ਹਰੀ ਦਾ ਨਾਮ ਜਪਦਾ ਸੱਚੇ ਪਾਤਸ਼ਾਹ ਜੀ ਦਾ ਆਪਣਾ ਉਧਾਰ ਕਰ ਲੈਂਦਾ ਹੈ, ਔਰ ਉਹਦੀ ਸੰਗਤ ਕਰਕੇ ਡੁੱਬਦੇ ਭਵਜਲ ਵਿਕਾਰਾਂ ਵਿੱਚੋਂ ਵੀ ਹੋਰ ਗੁਰਮੁਖ ਤਰ ਜਾਂਦੇ ਹਨ। ਨਾਨਕ ਜੋ ਤਿਸ ਭਾਵੈ ਸੋ ਕਰੇ, ਜੋ ਦੇ ਸੋ ਸਹਣਾ। ਮਹਾਰਾਜ ਕਹਿੰਦੇ ਹਨ ਉਹਨਾਂ ਦੀ ਗੁਰਮੁਖਾਂ ਦੀ ਜ਼ਿੰਦਗੀ ਦਾ ਇਹ ਆਚਾਰ ਬਣ ਜਾਂਦਾ ਹੈ। ਉਹ ਕਹਿੰਦੇ ਜੋ ਭਾਉਂਦਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਉਹੀ ਚੰਗਾ ਹੈ, ਔਰ ਜੋ ਦਿੰਦੇ ਨੇ ਉਹਨੂੰ ਜਰ ਲੈਂਦੇ ਨੇ, ਭਾਵ ਹਉਮੈ ਨਹੀਂ ਜਤਾਉਂਦੇ। ਮਹੱਲਾ ਪਹਿਲਾ। ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ। ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਹੇ ਮਨਾ ਸੁਣ ਧਿਆਨ ਦੇ ਨਾਲ, ਇੱਕ ਸਿੱਖਿਆ ਸੁਣ ਸਹੀ ਤਰੀਕੇ, ਜਿਹੜੀ ਬਿਲਕੁਲ ਸਹੀ ਹੈ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਰੱਬ ਨੇ ਤੇਰੇ ਤੋਂ ਇੱਕ ਇੱਕ ਪਲ ਦਾ ਲੇਖਾ ਮੰਗਣਾ, ਹਿਸਾਬ ਮੰਗਣਾ ਹੈ। ਉਹ ਅੱਗੇ ਵਹੀ ਕੱਢ ਕੇ ਬੈਠਾ ਹੋਇਆ ਹੈ। ਤਲਬਾ ਪੌਸਨ ਆਕੀਆ, ਬਾਕੀ ਜਿਨਾ ਰਹੇ। ਉੱਥੇ ਤਲਬਾਂ ਪੈਣਗੀਆਂ, ਸੱਦੇ ਪੈਣਗੇ ਜਿਹੜੇ ਆਕੀ ਰਹੇ ਨੇ ਗੁਰੂ ਤੋਂ, ਇੱਥੋਂ ਭਾਵ ਨਾ ਕਰਦੇ ਰਹੇ ਨੇ ਗੁਰੂ ਕੇ ਉਪਦੇਸ਼ ਨੂੰ, ਗੁਰੂ ਕੀ ਬਾਣੀ ਨੂੰ, ਉਹਨਾਂ ਦੀ ਬਾਕੀ ਰਹਿ ਗਈ। ਭਾਵ ਜਿਹੜੇ ਸਵਾਸ ਮਿਲੇ ਸਨ ਉਹਨਾਂ ਨੂੰ ਸਫਲ ਨਹੀਂ ਕੀਤਾ, ਸਿਮਰਨ ਨਹੀਂ ਕੀਤਾ ਸੱਚੇ ਪਾਤਸ਼ਾਹ ਦਾ, ਵਾਹਿਗੁਰੂ ਦਾ। ਇਸ ਕਰਕੇ ਉਹ ਚਿੱਤਰ ਗੁਪਤਾ ਨੇ ਲਿਖ ਲਿਆ ਹੋਇਆ ਉਹਦੇ ਜੀਵਨ ਦਾ ਜਿਹੜਾ ਕੰਮ ਹੈ। ਉਹਨਾਂ ਨੂੰ ਫਿਰ ਸੱਦੇ ਆਉਂਦੇ ਨੇ ਵੀ ਆ ਜਾਓ ਜਵਾਨੋ, ਜੋ ਕੁਝ ਕਰਦੇ ਰਹੇ ਹੁਣ ਉਹਦੇ ਪੁੱਠੇ ਟੰਗਣ ਵਾਲਾ ਕੰਮ ਬਣ ਗਿਆ। ਅਜਰਾਇਲ ਫਰੇਸਤਾ, ਹੋਸੀ ਆਏ ਤਏ। ਕਹਿਣ ਲੱਗੇ ਅਜਰਾਇਲ ਫਰੇਸਤਾ ਜਿਹੜਾ ਧਰਮਰਾਜ ਹੈ, ਉਹ ਕਹਿੰਦੇ ਹੋਸੀ ਆਏ ਤਈ ਮੈਨੇ ਤਿਆਰ ਹੋ ਕੇ, ਚੰਗੀ ਤਿਆਰੀ ਵੱਟ ਕੇ ਆਇਆ ਮਨਮੁਖਾਂ ਨੂੰ ਸੋਧਣ ਵਾਸਤੇ। ਆਵਣ ਜਾਣ ਨਾ ਸੁਝੇ, ਭੀੜੀ ਗਲੀ ਫਹੀ। ਹੁਣ ਭੱਜਣ ਵਾਸਤੇ ਉਹ ਰਾਹ ਵੀ ਕੋਈ ਨਹੀਂ ਛੱਡਦੇ, ਚੌਵਾਂ ਪਾਸਿਓਂ ਘੇਰਾ ਪਾਇਆ ਹੋਇਆ ਹੈ, ਤੇ ਭੀੜੀ ਗਲੀ ਫਹੀ। ਕਹਿਣ ਲੱਗੇ ਫੜ ਲਿਆ ਉਹਨਾਂ ਨੇ ਵੀ ਹੁਣ ਦੱਸੋ ਤੁਹਾਨੂੰ ਜਾ ਕੇ ਸੰਸਾਰ ਵਿੱਚ ਕੀ ਕਰਦੇ ਰਹੇ ਹੋ, ਬਿਨਾਂ ਕੰਮਾਂ ਧੰਦਿਆਂ ਤੋਂ ਨਿਤਨੇਮ ਵਾਲੇ ਪਾਸੇ ਤੇ ਮੂੰਹ ਨਹੀਂ ਕੀਤਾ ਸਿਮਰਨ ਬਾਰੇ, ਤੇ ਸਾਰਾ ਦਿਨ ਧੋਖੇ ਦੇਣੇ, ਲੋਕਾਂ ਨੂੰ ਗੱਲਾਂ ਕਰਨੀਆਂ, ਚੁਗਲੀਆਂ ਨਿੰਦਿਆਂ ਵਿੱਚ ਗੁਜ਼ਾਰ ਦਿੱਤਾ ਹੈ। ਊੜ ਨਿਖੁੱਟੇ ਨਾਨਕਾ, ਓੜਕ ਸੱਚ ਰਹੇ। ਅਖੀਰ ਨੂੰ ਝੂਠ ਨੇ ਨਿਖੁੱਟੇ, ਮਤਲਬ ਬਿਲਕੁਲ ਖੁੱਟ ਜਾਣਾ, ਖਤਮ ਹੋ ਜਾਣਾ। ਝੂਠੇ ਲੋਕਾਂ ਨੇ ਨਰਕਾਂ ਵਿੱਚ ਡਿੱਗਣਾ, ਤੇ ਸੱਚ ਨੇ ਓੜਕ ਪਹੁੰਚਣਾ ਸਿਰੇ ਦੇ ਉੱਤੇ। ਇੱਥੇ 4 ਦਿਨ ਦੀਆਂ ਗੱਲਾਂ ਨੇ, ਝੂਠ ਫਲ ਜਾਂਦਾ ਹੈ, ਕਿਉਂਕਿ ਵਾਹਿਗੁਰੂ ਸਿਸਟਮ ਦੇ ਵਿੱਚ ਸਿੱਧਾ ਦਖਲਅੰਦਾਜ਼ੀ ਨਹੀਂ ਕਰਦਾ। ਕਈ ਵਾਰੀ ਝੂਠਿਆਂ ਨੂੰ ਸੁੱਖ ਵੀ ਮਿਲਦੇ ਦਿਸਦੇ ਹਨ, ਤੇ ਸੱਚਿਆਂ ਨੂੰ ਦੁੱਖ ਵੀ ਮਿਲਦੇ ਦਿਸਦੇ ਹਨ, ਪਰ ਅਖੀਰ ਨੂੰ ਲੇਖਾ ਪੂਰਾ ਹੋ ਜਾਣਾ ਹੈ। ਪੌੜੀ ਹਰ ਕਾ ਸਭ ਸਰੀਰ ਹੈ, ਹਰ ਰਵ ਰਹਿਆ ਸਭ ਆਪੈ। ਮਹਾਰਾਜ ਕਹਿੰਦੇ ਆ ਜਿਹੜਾ ਬ੍ਰਹਮੰਡ ਹੈ ਸਾਰਾ, ਇਹ ਸਰੀਰ ਹੈ ਸੱਚੇ ਪਾਤਸ਼ਾਹ ਜੀ ਦਾ, ਵਾਹਿਗੁਰੂ ਦਾ।
ਇਹ ਸਾਰੇ ਥਾਵਾਂ ਤੇ ਰਵਿਆ ਹੋਇਆ ਇਸ ਬ੍ਰਹਿਮੰਡ ਦੇ ਵਿੱਚ, ਇਹ ਉਹਦੀ ਕਾਇਆ ਹਰ ਹੈ। ਕੀ ਕੀਮਤ ਨਾ ਪਵੈ, ਕਿਛ ਕਹਿਣ ਨਾ ਜਾਪੈ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕੀਮਤ ਅੰਤ ਨਹੀਂ ਪਾਇਆ ਜਾ ਸਕਦਾ। ਕੁਝ ਕਹਿਣ ਦੇ ਨਾਲ ਜਾਪੇ, ਅੰਤ ਨਹੀਂ ਲੱਭਦਾ ਉਸ ਦਾ। ਗੁਰ ਪ੍ਰਸਾਦੀ ਸਲਾਹੀਐ, ਹਰ ਭਗਤੀ ਰਾਪੈ। ਗੁਰੂ ਦੀ ਕਿਰਪਾ ਦੇ ਨਾਲ ਜੇ ਸਲੋਤਾ ਕਰੀਏ, ਸਿਮਰਨ ਕਰੀਏ, ਤੇ ਹਰੀ ਅਕਾਲ ਪੁਰਖ ਵਾਹਿਗੁਰੂ ਹਰੀ ਦੀ ਭਗਤੀ ਦੇ ਨਾਲ ਮਨ ਰਾਪੈ ਰੰਗਿਆ ਜਾਂਦਾ ਹੈ। ਸਭ ਮਨ ਤਨ ਹਰਿਆ ਹੋਇਆ, ਅਹੰਕਾਰ ਗਵਾਪੈ। ਉਸ ਗੁਰੂ ਕੇ ਸਿੱਖ ਦਾ ਮਨ ਅਤੇ ਤਨ ਇਹ ਹਰਾ ਭਰਾ ਹੋ ਗਿਆ। ਅਹੰਕਾਰ ਜਿਹੜਾ ਵਿੱਚੋਂ ਗਵਾਚ ਗਿਆ ਹੈ, ਅਹੰਕਾਰ ਖਤਮ ਕਰ ਦਿੱਤਾ ਹੈ। ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸੈ 부ਝਾਏ। ਇਹ ਸਾਰਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੇਡ ਹੈ। ਕਿਸੇ ਵਿਰਲੇ ਗੁਰਮੁਖ ਨੂੰ ਬੁਝਾਉਂਦਾ ਚੰਗੀ ਤਰ੍ਹਾਂ ਉਸ ਅਵਸਥਾ ਵਿੱਚ ਅਪੜਾ ਕੇ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਏ। ਇਹ ਸੱਚੇ ਪਾਤਸ਼ਾਹ ਤੇਰਾ ਨਾਮ ਅਚਰਜ ਰੂਪ ਹੈ, ਤੇ ਤੇਰੀ ਸਿਫਤ ਜਿਹੜੀ ਹੈ ਉਹ ਵੀ ਸੱਚੀ ਹੈ। ਸੁਨਾਈ ਜਿਹੜੀ ਹੈ ਤੂੰ ਸੱਚੀ ਸਿਫਤ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰੋਆਇਆ। ਇਹਦੇ ਵਿੱਚ ਗੁਰੂ ਸਾਹਿਬ ਨੇ ਸੰਸਾਰ ਦੇ ਵਿੱਚ ਕਿਵੇਂ ਚੱਲਦਾ ਹੈ, ਇਹ ਮਾਤ ਲੋਕ ਦੇ ਵਿੱਚ ਦੁੱਖ ਸੁੱਖ ਦਾ ਮੇਲ ਜੋਲ ਸੰਜੋਗ ਬਣਿਆ ਰਹਿੰਦਾ ਹੈ। ਉਹ ਵੱਡੇ ਵੱਡੇ ਲੋਕਾਂ ਦੇ ਨਾਂ ਗਿਣ ਕੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਕਿ ਵੇਖੋ ਕਰਮਾਂ ਕਰਕੇ ਕਿਵੇਂ ਕਈਆਂ ਲੋਕਾਂ ਨੂੰ ਦੁਖੀ ਹੋਣਾ ਪਿਆ। ਸਹੰਸਰ ਦਾਨ ਦੇ ਇੰਦਰ ਰੋਆਇਆ। ਇੰਦਰ ਜਿਹੜਾ ਹੈ ਉਹ ਗੌਤਮ ਰਿਖੀ ਦੀ ਇਸਤਰੀ ਅਹਿਲਿਆ ਦੇ ਉੱਤੇ ਮੋਹਿਤ ਹੋ ਕੇ ਉਹਦੇ ਨਾਲ ਕਰਮ ਕੀਤਾ, ਤੇ ਉਸ ਗੌਤਮ ਨੇ ਰਿਸ਼ੀ ਨੇ ਸਾਧ ਸੰਗਤ ਜੀ ਉਹਨੇ ਇਹ ਬਚਨ ਕਰ ਦਿੱਤੇ ਵੀ ਜਾ ਤੂੰ ਜਿਹੜੀ ਚੀਜ਼ ਦੇ ਪਿੱਛੇ ਤੁਰਿਆ ਫਿਰਨਾ ਹੈ, ਇਹ ਕੰਧਾ ਟੱਪਣਾ ਫਿਰਨਾ, ਜਾ ਤੇਰੇ ਸਰੀਰ ਤੇ ਹੋਣਗੀਆਂ ਹਜ਼ਾਰਾਂ ਭਗਾਂ ਇਸਤਰੀ ਦੀਆਂ। ਉਹ ਸਹੰਸਰ ਦਾਨ ਦੇ ਦਿੱਤਾ। ਉਸ ਹਜ਼ਾਰਾਂ ਜਿਹੜੇ ਭਾਗ ਸਨ, ਜਿਹੜੇ ਇਸਤਰੀ ਦੇ ਗੁਪਤ ਅੰਗ ਸਨ, ਉਹ ਇੰਦਰ ਦੇ ਸਰੀਰ ਦੇ ਉੱਤੇ ਉੱਗ ਪਏ ਤੇ ਲੁਕ ਕੇ ਬੈਠਾ ਹੋਇਆ, ਹੁਣ ਲੋਕਾਂ ਦੇ ਸਾਹਮਣੇ ਨਹੀਂ ਹੁੰਦਾ, ਕਿਉਂਕਿ ਬੇਇੱਜ਼ਤੀ ਹੁੰਦੀ ਵੀ ਇਹ ਕੀ ਕਾਰਨ ਬਣਿਆ, ਫਿਰ ਦੱਸਣਾ ਪਏਗਾ। ਇਸ ਕਰਕੇ ਰੋਂਦਾ ਹੈ ਇੰਦਰ ਵੀ। ਪਰਸਰਾਮ ਰੋਵੈ ਕਰ ਆਇਆ। ਇਹ ਪਰਸਰਾਮ ਜਿਹੜਾ ਹੈ ਬੜਾ ਸੂਰਮਾ ਸੀ, ਬੜਾ ਮੈਦਾਨੇ ਜੰਗ ਦੇ ਵਿੱਚ, ਤੇ ਕਹਿਣ ਲੱਗੇ ਇਹ ਵੀ ਇਹ ਪਰਸਰਾਮ ਰੋਂਦਾ ਪਿਆ। ਕਿਉਂ ਰੋਂਦਾ ਹੈ? ਕਿਉਂਕਿ ਇਹਦਾ ਜਦੋਂ ਮੁਕਾਬਲਾ ਹੋਇਆ ਰਾਮਚੰਦਰ ਜੀ ਦੇ ਨਾਲ, ਤੇ ਉਹਨੇ ਇਹਦੀ ਜਿਹੜੀ ਸ਼ਕਤੀ ਸੀ ਸਾਰੀ ਖਿੱਚ ਲਈ ਹੈ। ਅਜੈ ਸੋ ਰੋਵੈ ਭੀਖਿਆ ਖਾਏ। ਤੇ ਜਿਹੜਾ ਰਾਜਾ ਅੱਜ ਹੈ, ਦਸ਼ਰਥ ਦਾ ਪਿਤਾ ਸੀ, ਜਿਹੜਾ ਰਾਮਚੰਦਰ ਦਾ ਪੁੱਤ, ਜਿਹੜਾ ਦਾਦਾ ਸੀ, ਇਹ ਸਾਧ ਸੰਗਤ ਜੀ ਇਹ ਵੀ ਰੋਂਦਾ ਹੈ। ਅੱਜ ਰਾਜਾ ਕਿਉਂ ਰੋਂਦਾ ਹੈ? ਕਿਉਂਕਿ ਇਹ ਦਾਨੀ ਬੜਾ ਸੀ, ਰੋਜ਼ ਦਾਨ ਦਿੰਦਾ ਸੀ। ਇੱਕ ਦਿਨ ਇੱਕ ਫਕੀਰ ਸੀ ਰੱਬ ਦਾ ਪਿਆਰਾ, ਉਹ ਦਾਨ ਲੈਣ ਗਿਆ ਤੇ ਇਹ ਘੋੜਿਆਂ ਦੇ ਅਸਤਬਲ ਦੇ ਵਿੱਚ ਖੜਾ ਸੀ ਅੱਜ ਰਾਜਾ ਜਿਹੜਾ, ਤਾਂ ਉਹਨੇ ਜਾ ਕੇ, ਉਹ ਜਿਹੜਾ ਫਕੀਰ ਹੈ, ਸੰਤ ਹੈ, ਉਹਨੇ ਜਾ ਕੇ ਕਿਹਾ ਵੀ ਕੋਈ ਭਿੱਖਿਆ ਦਿਓ ਕੋਈ। ਤੇ ਇਹਨੇ ਕਿਹਾ ਵੀ ਉਹਦਾ ਤਾਂ ਟਾਈਮ ਲੰਘ ਗਿਆ ਤੇ ਹੁਣ ਤਾਂ ਹੋਰ ਮੇਰੇ ਕੋਲ ਹੈ ਕੁਝ ਨਹੀਂ। ਇੱਕ ਘੋੜਿਆਂ ਦੇ ਅਸਤਬਲ ਦੇ ਵਿੱਚ ਖੜਾ ਸੀ, ਉੱਥੇ ਲਿੱਦ ਪਈ ਸੀ, ਤੇ ਲਿੱਦ ਚੁੱਕ ਕੇ ਕਹਿੰਦਾ ਆ ਹੀ ਆ ਹੁਣ ਤੇ ਲੈਣੀ ਆ, ਤੇ ਹੁਣ ਟਾਈਮ ਲੱਗ, ਜਾਣ ਕੇ ਮਖੌਲ ਕੀਤਾ ਸਾਧੂ ਨੂੰ। ਕਹਿਣ ਲੱਗਾ ਹੁਣ ਤੇ ਲਿੱਦ ਦੀ ਇਹ ਜੇ ਭੀਖ ਲੈਣੀ ਆ ਤੇ ਲਿੱਦ ਦੀ ਲੈ ਲੈ। ਤੇ ਉਹ ਸਾਧੂ ਕੋਈ ਕੱਚਾ ਪੱਕਾ ਨਹੀਂ ਸੀ, ਐਵੇਂ ਵੀ ਛੋਟੀ ਜਿਹੀ ਗੱਲ ਹੋਈ ਤੇ ਭਾਂਡਿਆਂ ਵਾਲੀ ਥਾਲੀ ਚੁੱਕ ਕੇ ਪਰਾਂ ਵਗਾਈ, ਉਹੋ ਜਿਹਾ ਸਾਧੂ ਨਹੀਂ ਸੀ। ਉਹ ਸਾਧੂ ਸੀ ਕਮਾਈ ਵਾਲਾ। ਉਹਨੇ ਝੋਲੀ ਕਰਕੇ ਲਿੱਦ ਪਵਾ ਲਈ ਆਪਣੀ ਝੋਲੀ ਦੇ ਵਿੱਚ, ਤੇ ਨਾਲ ਕਹਿ ਦਿੱਤਾ ਵੀ ਤੇਰਾ ਦਾਨ ਜਿਹੜਾ ਨਾ ਇਹ ਫਲੀ ਪੂਤ ਹੋਵੇ ਰਾਜਨ, ਜਿਹੜਾ ਤੂੰ ਦਾਨ ਦਿੱਤਾ ਹੈ। ਉਹ ਲਿੱਦ ਲੈ ਕੇ ਚਲਾ ਗਿਆ। ਰਾਜੇ ਨੇ ਖਿਆਲ ਨਾ ਕੀਤਾ ਵੀ ਪਤਾ ਨਹੀਂ ਕੌਣ ਨਹੀਂ ਹੈ। ਇਹਨੇ ਜਾ ਕੇ ਰਾਜੇ ਸਾਧੂ ਸੀ ਜਿਹੜਾ ਆਪਣੀ ਮੌਜ ਦੇ ਵਿੱਚ ਜਿੱਥੇ ਜੰਗਲ ਵਿੱਚ ਰਹਿੰਦਾ ਸੀ ਪਹੁੰਚਿਆ, ਤੇ ਉਹ ਲਿੱਦ ਜਿਹੜੀ ਇਹ ਬਾਹਰ ਸਿੱਟ ਦਿੱਤੀ, ਤੇ ਆਪ ਅੰਦਰ ਜਾ ਕੇ ਬੰਦਗੀ ਜੁੜ ਗਿਆ। ਆਪਣਾ ਜਿਹੜਾ ਕਾਰੋਬਾਰ ਸੀ ਰੋਜ਼ ਦਾ, ਜਿਵੇਂ ਨਿਤਨੇਮ ਬਣਿਆ ਸੀ, ਕਰਨ ਲੱਗ ਪਿਆ। ਕੁਝ ਸਮੇਂ ਬਾਅਦ ਇਹ ਜਿਹੜਾ ਰਾਜਾ ਹੈ ਅੱਜ ਇਹ ਜੰਗਲ ਵਿੱਚ ਤੁਰਿਆ ਫਿਰਦਾ ਸ਼ਿਕਾਰ ਖੇਡਣ ਵਾਸਤੇ। ਸ਼ਿਕਾਰ ਖੇਡਦਾ ਉਸ ਫਕੀਰ ਦੀ ਝੁੱਗੀ ਦੇ ਕੋਲੋਂ ਦੀ ਲੰਘਿਆ। ਇਹਨੇ ਵੇਖਿਆ ਵੀ ਇੱਥੇ ਲਿੱਦ ਦੇ ਢੇਰ ਲੱਗੇ ਹੋਏ ਨੇ, ਇਹ ਕੀ ਪਿਆ ਹੋਇਆ? ਤਾਂ ਸ਼ੱਕ ਪਿਆ ਵੀ ਇੱਥੇ ਘੋੜੇ ਤੇ ਦਿਸਦੇ ਕੋਈ ਨਹੀਂ।
ਵੀ ਕਿਤੇ ਕੋਈ ਬਾਗੀ ਨਾ ਹੋਵੇ ਜਿਹੜਾ ਘੋੜੇ ਰੱਖਦਾ ਹੋਵੇ। ਜਾ ਕੇ ਪਤਾ ਕੀਤਾ, ਉਹ ਫਕੀਰ ਨਿਕਲਿਆ। ਉਹ ਫਕੀਰ ਨੂੰ ਅੱਜ ਰਾਜੇ ਨੇ ਪੁੱਛਿਆ ਵੀ ਇਹ ਇੱਥੇ ਲਿੱਦ ਦੇ ਢੇਰ ਕਿਵੇਂ ਨੇ, ਤੂੰ ਕਿਹੜਾ ਘੋੜਾ ਤੇ ਇੱਕ ਵੀ ਨਹੀਂ ਰੱਖਿਆ ਹੋਇਆ ਇੱਥੇ। ਉਹ ਕਹਿੰਦੇ ਵੀ ਘੋੜੇ ਤੂੰ ਰੱਖੇ ਹੋਏ ਨੇ, ਲਿੱਦ ਉਹਨਾਂ ਦੀ ਇੱਥੇ ਆਉਂਦੀ। ਕਹਿੰਦੇ ਇਹ ਕੀ ਗੱਲ ਬਣ ਗਈ। ਕਹਿੰਦੇ ਤੂੰ ਭੀਖ ਜੂ ਦਿੱਤੀ ਸੀ। ਕਹਿੰਦੇ ਹਾਂ ਦਿੱਤੀ ਸੀ, ਯਾਦ ਆ ਗਈ ਗੱਲ। ਕਹਿੰਦੇ ਅਸੀਂ ਕਿਹਾ ਸੀ ਵੀ ਤੇਰਾ ਦਾਨ ਜਿਹੜਾ ਫਲੀਭੂਤ ਹੋਵੇ। ਕਹਿੰਦੇ ਉਦਣ ਤੋਂ ਵੱਧ ਜਾਂਦੀ ਓਨੀ ਜਿੰਨੀ ਤੂੰ ਦਿੱਤੀ ਸੀ ਨਾ, ਵਾਧਾ ਹੋਈ ਜਾਂਦਾ ਹੈ, ਉਹ ਵੱਧਦੀ ਜਾਂਦੀ, ਤੇਰਾ ਦਾਨ ਵਧੀ ਜਾਂਦਾ ਹੈ। ਕਹਿਣ ਲੱਗੇ ਫਿਰ ਕਿੰਨਾ ਕੁ ਵਧੀ ਜਾਏਗਾ। ਕਹਿੰਦੇ ਹੁਣ ਤੂੰ ਵੇਖ ਲੈ, ਤੇਰੇ ਖਾਤੇ ਵਿੱਚ ਜਿੰਨਾ ਵੱਧਦਾ ਖਾਣਾ ਤੈਨੂੰ ਹੀ ਪੈਣਾ। ਹੁਣ ਤੂੰ ਦਿੱਤਾ ਜਿਹੜਾ ਦਾਨ ਮੇਰਾ ਉਹਦੇ ਵਿੱਚ ਕੋਈ ਨਹੀਂ। ਉਹ ਕਹਿੰਦਾ ਮੈਨੂੰ ਖਾਣਾ ਪਏਗਾ। ਕਹਿਣ ਲੱਗਾ ਹਾਂ ਤੈਨੂੰ ਇਹ ਲਿੱਦ ਖਾਣੀ ਪਊਗੀ ਹੁਣ। ਤਾਂ ਉਸ ਵੇਲੇ ਇਹ ਸਾਧ ਸੰਗਤ ਜੀ ਜਦੋਂ ਰਾਜਾ ਰੋ ਪਿਆ, ਫਿਰ ਅਜੈ ਸੋ ਰੋਵੇ ਭੀਖਿਆ ਖਾਏ। ਅਜੈ ਜਿਹੜਾ ਅੱਜ ਰਾਜਾ ਰੋ ਪਿਆ ਅਤੇ ਉਹਦੇ ਪੈਰਾਂ 'ਤੇ ਡਿੱਗ ਪਿਆ ਫਕੀਰ 'ਤੇ ਜਾ ਕੇ ਕਹਿੰਦਾ ਹੈ ਵੀ ਕੋਈ ਤਰੀਕਾ ਦੱਸੋ ਇਹ ਲਿੱਦ ਖਾਣ ਤੋਂ ਬਚ ਜਾਂ। ਅਤੇ ਫਕੀਰ ਨੂੰ ਤਰਸ ਆ ਗਿਆ। ਉਹਨੇ ਕਿਹਾ ਬਚ ਸਕਣਾ ਇੱਕ ਤਰੀਕਾ ਹੈ। ਕਹਿੰਦੇ ਉਹ ਕੀ ਗੱਲ ਹੈ। ਕਹਿੰਦੇ ਜਿੰਨੇ ਲੋਕ ਤੇਰੀ ਤੂੰ ਨਿੰਦਿਆ ਕਰਵਾ ਆਪਣੀ, ਜਿੰਨੇ ਲੋਕ ਤੇਰੀ ਨਿੰਦਿਆ ਕਰਨਗੇ ਇਹ ਲਿੱਦ ਉਹਨਾਂ ਦੇ ਖਾਤੇ ਵਿੱਚ ਚਲੀ ਜਾਏਗੀ, ਭਾਵੇਂ ਕਿਵੇਂ ਖਾਣ ਰੱਬ ਜਾਣੇ, ਪਰ ਨਿੰਦਿਆ ਕਰਵਾ। ਉਹ ਰਾਜਾ ਸੀ, ਧਰਮੀ ਬੜਾ, ਦਾਨੀ ਸੀ। ਉਹ ਸ਼ਹਿਰ ਵਿੱਚ ਗਿਆ। ਅਗਲੇ ਦਿਨ ਉਹਨੇ ਰੱਥ ਜੋੜਿਆ ਅਤੇ ਰੱਥ ਜੋੜ ਕੇ ਸ਼ਹਿਰ ਦੇ ਵਿੱਚੋਂ ਦੀ ਇੱਕ ਉਹਨੇ ਆਪਣੇ ਹੱਥ ਦੇ ਵਿੱਚ ਬੋਤਲ ਫੜ ਲਈ, ਪਾਣੀ ਦੇ ਵਿੱਚ ਰੰਗ ਪਾ ਕੇ ਸ਼ਰਾਬ ਵਾਂਗੂ ਕਰ ਲਈ। ਹੁਣ ਸ਼ਰਾਬ ਤਾਂ ਪੀਂਦਾ ਨਹੀਂ ਸੀ। ਇੱਕ ਉਹਨੇ ਸਾਧ ਸੰਗਤ ਜੀ ਬੀਬੀ ਉੱਥੇ ਖੜੀ ਸੀ, ਉਹਨੂੰ ਬਿਠਾ ਲਿਆ, ਵਿੱਚ ਉਹਦੀ ਬਾਂਹ ਫੜ ਲਈ ਅਤੇ ਬਾਜ਼ਾਰ ਦੇ ਵਿੱਚੋਂ ਦੀ ਲੰਘਦਾ ਜਿਵੇਂ ਸ਼ਰਾਬੀ ਹੋਇਆ ਹੁੰਦਾ ਹੈ। ਲੋਕ ਇਕੱਠੇ ਹੋ ਗਏ, ਲੋਕਾਂ ਵਿੱਚ ਧੁੰਮ ਗਈ ਸਾਰੇ ਦੇਸ਼ ਦੇ ਵਿੱਚ ਵੀ ਅੱਜ ਜਿਹੜਾ ਰਾਜਾ ਸੀ ਬੜਾ ਧਰਮੀ ਸੀ ਅਤੇ ਉਹ ਕੁਕਰਮ ਕਰਨ ਲੱਗ ਪਿਆ, ਸ਼ਰਾਬ ਵੀ ਪੀਣ ਲੱਗ ਪਿਆ ਅਤੇ ਵੇਸਵਾ ਵੀ ਰੱਖ ਲਈ ਉਹਨੇ। ਇਸ ਤਰ੍ਹਾਂ ਨਿੰਦਿਆ ਜਿਉਂ ਹੋਣ ਲੱਗੀ, ਨਿੰਦਿਆ ਇੱਕ ਤੋਂ ਦੂਜਾ, ਤੁਹਾਨੂੰ ਪਤਾ ਨਿੰਦਿਆ ਕਿਵੇਂ ਅੱਗ ਵਾਂਗੂ ਫੈਲਦੀ ਏ। ਚੰਗੀ ਗੱਲ ਨੂੰ ਕਿਤੇ ਪਹੁੰਚਾਉਣਾ ਹੋਵੇ ਨਾ, ਜ਼ੋਰ ਲਾਉਣਾ ਪੈਂਦਾ ਹੈ। ਇਸ ਕਰਕੇ ਨਿੰਦਿਆ ਫੈਲ ਗਈ ਅਤੇ ਜਦੋਂ ਕਈ ਦਿਨ ਨਿੰਦਿਆ ਹੋਈ ਨਾ, ਫਿਰ ਰਾਜਾ ਗਿਆ ਉੱਥੇ ਅਤੇ ਲਿੱਦ ਖਤਮ ਹੋਈ ਪਈ ਸੀ ਉੱਥੇ। ਜਦੋਂ ਲਿੱਦ ਖਤਮ ਹੋਈ ਪਈ ਸੀ ਤਾਂ ਉਹ ਹੈਰਾਨ ਹੋ ਗਿਆ। ਫਕੀਰ ਮਿਲਿਆ, ਕਹਿੰਦੇ ਵੇਖ ਲੈ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ ਨਾ, ਇਹ ਲਿੱਦ ਉਹਨਾਂ ਦੇ ਖਾਤੇ ਵਿੱਚ ਚਲੀ ਗਈ, ਉਹਨਾਂ ਦੇ ਭਾਗਸ਼ੈਲੀ ਵਿੱਚ, ਕਰਮਾਂ ਦੇ ਵਿੱਚ। ਇਸ ਤਰ੍ਹਾਂ ਨਿੰਦਿਆ ਐਡਾ ਵੱਡਾ ਵਜਰ ਪਾਪ ਹੈ ਸਾਧ ਸੰਗਤ ਜੀ। ਇਹ ਗੁਰੂ ਸਾਹਿਬ ਦੀ ਮੈਂ ਸਾਖੀ ਸੁਣਾਈਏ, ਕਈ ਇਹਦਾ ਮਖੌਲ ਉਡਾਉਣਗੇ ਵੀ ਇਹ ਕਿਵੇਂ ਹੋ ਸਕਦਾ ਜੀ, ਕਿਵੇਂ ਵਾਲੀ ਗੱਲ ਹੀ ਨਹੀਂ। ਕੁਦਰਤ ਦੇ ਸਿਸਟਮ ਇਸ ਤਰ੍ਹਾਂ ਨੇ ਜਿੱਥੇ ਬੰਦਾ ਸੋਚ ਨਹੀਂ ਸਕਦਾ ਕਿਵੇਂ ਹੋ ਸਕਦਾ। ਇਹ ਕਿਵੇਂ ਬਾਣੀ ਦੱਸਦੀ ਹੈ, ਪਰ ਨਿੰਦਾ ਪਰ ਮਲ ਮੁਖ ਸ਼ੁੱਧੀ ਅਗਨ ਕ੍ਰੋਧ ਚੰਡਾਲ। ਦੂਜੇ ਦੀ ਨਿੰਦਿਆ ਦੂਜੇ ਦੀ ਮੈਲ ਖਾਣ ਦੇ ਬਰਾਬਰ ਹੈ। ਉਸ ਬੰਦੇ ਦੀ ਮੈਲ ਖਾਂਦਾ ਜਦੋਂ ਦੂਜੇ ਦੀ ਨਿੰਦਿਆ ਕਰਦਾ ਬੰਦਾ। ਉਹਦੇ ਵਿੱਚ ਪਰਮਲ ਪਰ ਨਿੰਦਾ ਮੁਖ ਸ਼ੁੱਧੀ। ਅਤੇ ਉਸ ਵੇਲੇ ਜਦੋਂ ਉਹ ਲਿੱਦ ਖਤਮ ਹੋ ਗਈ ਨਾ ਦਿਸੀ, ਅਤੇ ਰਾਜਾ ਬੜਾ ਖੁਸ਼ ਹੋਇਆ। ਅਤੇ ਉਹ ਫਕੀਰ ਕਹਿੰਦਾ ਰਾਜਨ ਅਜੇ ਪੂਰਾ ਖੁਸ਼ ਨਹੀਂ, ਪੂਰਾ ਖੁਸ਼ ਨਾ ਹੋ। ਕਹਿੰਦੇ ਕਿਉਂ। ਕਹਿੰਦੇ ਮੂਲ ਬਚ ਗਿਆ। ਜਿਹੜੀ ਵਾਧਾ ਹੋਇਆ ਸੀ ਉਹ ਤਾਂ ਖਾਧੀ ਗਈ ਲੋਕਾਂ ਦੀ ਨਿੰਦਿਆ ਕਰਨ ਕਰਕੇ, ਪਰ ਜਿਹੜੀ ਤੂੰ ਦਿੱਤੀ ਸੀ ਉਹ ਵੇਖ ਉਸੇ ਤਰ੍ਹਾਂ ਪਈ ਹੋਈ ਹੈ। ਕਹਿੰਦੇ ਇਹ ਕਿਵੇਂ ਖਤਮ ਹੋਏਗੀ। ਕਹਿੰਦੇ ਇਹ ਤੈਨੂੰ ਖਾਣੀ ਪੈਣੀ, ਇਹ ਨਹੀਂ ਖਤਮ ਹੋਣੀ, ਇਹ ਮੂਲ ਹੈ, ਇਹ ਤੈਨੂੰ ਖਾਣੀ ਪੈਣੀ ਹੈ। ਉਹ ਫਿਰ ਵਿਚਾਰਾ ਕਲਪਿਆ, ਰੋਇਆ। ਕਹਿੰਦੇ ਇਹ ਕਿਵੇਂ ਖਤਮ ਹੋ ਸਕਦੀ। ਕਹਿੰਦੇ ਇੱਕ ਤਰ੍ਹਾਂ ਖਤਮ ਹੋ ਸਕਦੀ ਵੀ ਜੇ ਮੈਂ ਤੇਰੀ ਨਿੰਦਿਆ ਕਰਾਂ, ਅਤੇ ਜੇ ਮੈਂ ਨਿੰਦਿਆ ਕਰਾਂ ਨਾ, ਮੈਨੂੰ ਗੁੱਸਾ ਚੜ੍ਹ ਜਾਂਦਾ ਉਦੋਂ ਤੂੰ ਭੀਖ ਦਿੱਤੀ ਸੀ, ਅਤੇ ਫਿਰ ਇਹ ਵੀ ਖਤਮ ਹੋ ਜਾਣੀ ਸੀ, ਫਿਰ ਤਾਂ ਵਧਣੀ ਨਹੀਂ ਸੀ ਅੱਗੇ। ਅਤੇ ਹੁਣ ਕਹਿੰਦੇ ਤੂੰ ਹੀ ਕਰਦੇ ਨਿੰਦਿਆ। ਕਹਿੰਦੇ ਮੈਂ ਥੋੜ੍ਹੀ ਕਰਨ ਲੱਗਾ, ਮੈਂ ਹੁਣ ਲਿੱਦ ਖਾਣ ਲੱਗਾ, ਮੈਨੂੰ ਪਤਾ ਹੈ। ਕਹਿੰਦੇ ਤੂੰ ਕਰਦੇ ਨਿੰਦਿਆ, ਮੈਂ ਕਿਵੇਂ ਕਰਾਂ। ਕਹਿੰਦੇ ਮੈਨੂੰ ਜਾਗ ਆ ਗਈ, ਉਹ ਤਾਂ ਸੁੱਤੇ ਨੇ ਸਾਰੇ ਜਿਹੜੇ ਤੇਰੀ ਨਿੰਦਿਆ ਕਰੀ ਜਾਂਦੇ ਨੇ। ਕਹਿੰਦੇ ਮੈਂ ਨਹੀਂ ਖਾਣੀ ਲਿੱਦ। ਕਹਿੰਦੇ ਹੁਣ ਕੀ ਕਰੀਏ। ਕਹਿੰਦੇ ਲੈ ਜਾ ਕੇ ਇੱਕ ਚਮਚਾ ਸਬਜ਼ੀ ਵਿੱਚ ਪਾ ਕੇ ਖਾ ਲਿਆ ਕਰ, ਹੋਰ ਤਾਂ ਕੋਈ ਤਰੀਕਾ ਨਹੀਂ। ਅਤੇ ਉੱਥੇ ਬਣਾ ਲਿਆ ਆਪਣਾ ਤ੍ਰਿਫਲਾ ਚੂਰਨ ਇਹਦਾ, ਅਤੇ ਰੱਜ ਕੇ ਖਾਇਆ ਕਰ ਚੰਗੀ ਤਰ੍ਹਾਂ। ਇਹ ਤਾਂ ਕਹਿ ਰਹੇ ਨੇ ਗੁਰੂ ਸਾਹਿਬ, ਕਹਿੰਦੇ ਅਜੈ ਸੋ ਰੋਵੈ ਭਿੱਖਿਆ ਖਾਏ। ਨਾਲੇ ਉਹ ਲਿੱਦ ਲੈ ਕੇ ਗਿਆ ਅਤੇ ਨਾਲੇ ਉਹ ਖਾਂਦਾ ਹੈ ਲਿੱਦ ਅਤੇ ਨਾਲੇ ਰੋਂਦਾ ਹੈ। ਅਜੈ ਸੋ ਰੋਵੈ ਭਿੱਖਿਆ ਖਾਏ। ਇਸ ਤਰ੍ਹਾਂ ਭਿੱਖਿਆ ਖਾਣੀ ਪਈ ਸੀ।
ਇਸ ਤਰ੍ਹਾਂ ਰੋਂਦਾ ਹੈ। ਐਸੀ ਦਰਗਾਹ ਮਿਲੈ ਸਜਾਏ, ਇਸ ਤਰ੍ਹਾਂ ਵਾਹਿਗੁਰੂ ਦੀ ਦਰਗਾਹ ਵਿੱਚ ਸਜ਼ਾ ਮਿਲਦੀ ਹੈ। ਰੋਵੈ RAM ਨਿਕਾਲਾ ਪਿਆ, ਰਾਮਚੰਦਰ ਜਿਹਨੂੰ ਅਵਤਾਰ ਕਹਿੰਦੇ ਨੇ ਲੋਕ, ਕਹਿੰਦੇ ਉਹ ਵੀ ਰੋਂਦਾ ਪਿਆ ਹੈ। ਕਿਉਂ? ਨਿਕਾਲਾ ਪਿਆ, ਬਨਵਾਸ ਮਿਲ ਗਿਆ 12 ਕਿੰਨੇ ਸਾਲਾਂ ਦਾ ਮੈਨੂੰ ਪੂਰਾ ਨਹੀਂ ਪਤਾ, ਵੀ ਬਨਵਾਸ ਮਿਲ ਗਿਆ ਸੀ ਉਸ ਨੂੰ। ਸੀਤਾ ਲਖਮਣ ਵਿਛੁੜ ਗਿਆ, ਉਹਦੇ ਤੋਂ ਸੀਤਾ ਆਪਣਾ ਰਾਵਣ ਖੋਹ ਕੇ ਲੈ ਗਿਆ ਤੇ ਲਕਸ਼ਮਣ ਵਿਛੜ ਗਿਆ, ਜਿਹੜਾ ਉਹ ਮੂਰਛਿਤ ਹੋ ਗਿਆ ਸੀ। ਰੋਵੈ ਦਹਸਿਰ ਲੰਕ ਗਵਾਏ, ਉਧਰ ਦਾ ਦਹਿਸਿਰ ਯਾਨੀ ਕਿ ਰਾਵਣ ਰੋਂਦਾ ਆਪਣੀ ਲੰਕਾ ਗਵਾ ਜਿਨ ਕੇ। ਸੀਤਾ ਆਦਿ ਡੌਰੂ ਵਾਏ, ਜਿਨਨੇ ਸੀਤਾ ਲਿਆਂਦੀ ਸੀ ਡੌਰੂ ਵਜਾਉਂਦੇ ਆ, ਯਾਨੀ ਕਿ ਸਾਧੂ ਵਾਲਾ ਭੇਖ ਕਰਕੇ। ਰੋਵਹਿ ਪਾਂਡਵ ਭਏ ਮਜੂਰ, ਇਹ ਪਾਂਡਵ ਜਿਹੜੇ ਸਨ ਨਾ, ਇਹ ਵੀ ਰੋਂਦੇ ਨੇ ਪੰਜੇ, ਮਜਬੂਰ ਹੋ ਕੇ। ਕਿਉਂ? ਉਦੋਂ ਅਜੇ ਇਹਨਾਂ ਨੇ 12 ਸਾਲ ਦੇ ਬਨਵਾਸ ਤੋਂ ਪਿੱਛੋਂ 1 ਸਾਲ ਕਿਤੇ ਲੁੱਕ ਕੇ ਰਹਿਣਾ ਸੀ, ਵੀ ਦਿਸਣ ਪਤਾ ਨਾ ਲੱਗੇ ਵੀ ਇਹ ਕਿਤੇ ਹੈਣ ਕਿ ਨਹੀਂ। ਤੇ ਉੱਥੇ ਇਹ ਵੱਖੋ ਵੱਖਰੀ ਰਾਜੇ ਦੇ ਕੋਲ ਨੌਕਰੀ ਕਰਦੇ ਸਨ, ਕੋਈ ਕੁਝ ਬਣਿਆ ਹੋਇਆ ਸੀ, ਕੋਈ ਕੁਝ ਬਣਿਆ ਸੀ, ਕੋਈ ਕੁਝ। ਤੇ ਦ੍ਰੋਪਦੀ ਵੀ ਵਿਚਾਰੀ ਉੱਥੇ ਜਿਹੜੀ ਉਹ ਰਸੋਈ ਦੇ ਵਿੱਚ ਲੱਗੀ ਹੋਈ ਸੀ ਕੰਮ ਕਰਨ ਵਾਲੀ ਬਣ ਕੇ। ਤਾਂ ਉੱਥੇ ਉਹਨੇ, ਪਾਂਡਵ ਵੀ ਉੱਥੇ ਹੀ ਸਨ, ਤੇ ਉਹ ਦ੍ਰੋਪਦੀ ਦੇ ਨਾਲ ਕਿਸੇ ਬੰਦੇ ਨੇ ਉੱਥੇ ਮਾੜੀ ਹਰਕਤ ਕੀਤੀ, ਜਿਹੜੇ ਥਾਂ ਤੇ ਜਿਹੜੇ ਰਾਜੇ ਦੇ ਕੋਲ ਨੌਕਰੀ ਕਰਦੇ ਸਨ। ਉਹ ਮਾੜੀ ਹਰਕਤ ਕੀਤੀ। ਪਾਂਡਵ ਵਿਚਾਰੇ ਮਜਬੂਰ ਸਨ। ਮਜਬੂਰ ਤਾਂ ਸਨ ਵੀ ਜੇ ਰੌਲਾ ਜੇ ਗਲ ਪੈਂਦੇ ਨੇ ਕਿਸੇ ਦੇ ਤੇ ਪਤਾ ਲੱਗ ਜਾਣਾ ਵੀ ਇੱਥੇ ਪਾਂਡਵ ਨੇ, ਤੇ ਫਿਰ ਉਹ 12 ਸਾਲ ਦਾ ਹੋਰ ਬਨਵਾਸ ਕੱਟਣਾ ਪੈਣਾ ਸੀ ਜੇ ਉਸ ਸਾਲ ਵਿੱਚ ਪਤਾ ਲੱਗ ਜਾਏ। ਇਸ ਕਰਕੇ ਮਜਬੂਰ ਹੋਏ ਬੈਠੇ ਨੇ ਪਾਂਡਵ, ਕੁਝ ਨਹੀਂ ਕਰ ਸਕਦੇ, ਚੁੱਪ ਕਰਕੇ ਬੈਠੇ ਹਨ, ਮਜਬੂਰ ਹੋ ਕੇ ਰੋਂਦੇ ਹਨ। ਜਿਨ ਕੈ ਸੁਆਮੀ ਰਹਤ ਹਦੂਰ, ਜਿਨ੍ਹਾਂ ਦੇ ਕੋਲ ਇੱਥੇ ਸੁਆਮੀ ਦੇ ਅਰਥ ਕ੍ਰਿਸ਼ਨ ਕੀਤੇ ਨੇ, ਕ੍ਰਿਸ਼ਨ ਜਿਨ੍ਹਾਂ ਦੇ ਨਾਲ ਸੀ। ਰੋਵੈ ਜਨਮੇਜਾ ਖੋਏ ਗਿਆ, ਕਹਿੰਦੇ ਨੇ ਇਹ ਜਿਹੜਾ ਜਨਮੇਜਾ ਹੈ ਰਾਜਾ, ਇਹ ਵੀ ਰੋਂਦਾ ਹੈ, ਕਿਉਂਕਿ ਇਹਨੇ ਸਾਧ ਸੰਗਤ ਜੀ ਇਹ ਬਾਹਮਣ ਮਾਰ ਦਿੱਤੇ ਸੀ, ਬ੍ਰਾਹਮਣ 18 ਜਿਹੜੇ, ਉਹ ਇਹਨੂੰ ਬ੍ਰਹਮ ਹੱਤਿਆ ਲੱਗ ਗਈ। ਤੇ ਬ੍ਰਹਮ ਹੱਤਿਆ ਲੱਗ ਗਈ ਜਦੋਂ ਜਿਸ ਵੇਲੇ, ਤੇ ਇਹਨੇ ਉਹਦੇ ਤੋਂ ਪਹਿਲਾਂ ਗੁਰੂ ਕੇ ਸਵਾਰਿਓ ਮਹਾਭਾਰਤ ਦੀ ਇੱਕ ਕਥਾ ਹੁੰਦੀ ਹੈ, ਤੇ ਉਹਦੀ ਥੋੜ੍ਹੀ ਜਿਹੀ ਇਹਨੇ ਨਿੰਦਿਆ ਕੀਤੀ ਸੀ ਕਿਤੇ। ਤਾਂ ਜਦੋਂ ਇਹ ਕਿਤੇ ਇਹਨੇ ਯੱਗ ਕਰਨਾ ਸੀ ਤੇ ਇਹਨੇ ਬ੍ਰਾਹਮਣ ਸੱਦੇ, ਤੇ ਬ੍ਰਾਹਮਣ ਬੈਠੇ ਸੀ ਉੱਥੇ ਪ੍ਰਸ਼ਾਦਾ ਛਕਣ ਵਾਸਤੇ। ਇਹਦੀ ਘਰਵਾਲੀ ਆਈ, ਤੇ ਜਦੋਂ ਘਰਵਾਲੀ ਆਈ ਇੱਕ ਪਾਸਿਓਂ ਹਵਾ ਪਈ, ਤੇ ਹਵਾ ਦੇ ਨਾਲ ਉਹਦਾ ਪੱਲਾ ਉੱਡ ਗਿਆ, ਸੂਟ ਜਿਹਾ, ਉਹ ਸਾੜੀ ਜੀ ਜਿਹੜੀ, ਉਹ ਉੱਡਣ ਕਰਕੇ ਉਹਦਾ ਸਰੀਰ ਥੋੜ੍ਹਾ ਜਿਹਾ ਨੰਗਾ ਹੋ ਗਿਆ। ਤੇ ਪੰਡਤ ਜਿਹੜੇ ਜੇ ਤੇ ਹੁੰਦੇ ਨਾਮ ਜਪਣ ਵਾਲੇ, ਫਿਰ ਤੇ ਧੀਰਜ ਵਾਲੇ ਹੋਣੇ ਸਨ, ਤੇ ਹੈ ਸਨ ਸਾਡੇ ਵਾਂਗੂ ਪ੍ਰਸ਼ਾਦੇ ਛਕਣ ਵਾਲੇ, ਉਹ ਵੇਖ ਕੇ ਹੱਸ ਪਏ ਉਹਨੂੰ। ਜਦੋਂ ਹੱਸ ਪਏ, ਰਾਜੇ ਨੂੰ ਗੁੱਸਾ ਚੜ੍ਹ ਗਿਆ, ਜਨਮੇਜੇ ਨੂੰ। ਉਹਨੇ ਕਿਹਾ ਵੀ ਅਸੀਂ ਤੁਹਾਨੂੰ ਬ੍ਰਾਹਮਣ ਸਮਝਦੇ ਹਾਂ, ਤੁਹਾਡੇ ਦੇ ਪੱਲੇ ਹੀ ਕੁਝ ਨਹੀਂ, ਵੀ ਬੀਬੀ ਦਾ ਕੱਪੜਾ ਉੱਡ ਗਿਆ, ਤੁਸੀਂ ਮੂੰਹ ਥੱਲੇ ਕਰਨਾ ਸੀ ਕਿ ਹੱਸਣਾ ਸੀ ਉਹਦੇ ਵੱਲੋਂ ਵੇਖ ਕੇ। ਉਹਨੇ ਕਿਹਾ ਲਿਆਓ, ਕਿਰਪਾਨ ਕੱਢ ਕੇ 18 ਮਾਰ ਦਿੱਤੇ ਉਹਨੇ ਬ੍ਰਾਹਮਣ ਉੱਥੇ। ਉਹ ਬ੍ਰਾਹਮਣ ਜਦੋਂ ਮਰ ਗਏ, ਫਿਰ ਕਿਸੇ ਨੇ ਬਾਂਹ ਫੜਿਆ ਕਿ ਨਾ ਮਾਰ ਇਹਨਾਂ ਨੂੰ, ਬ੍ਰਾਹਮਣ ਨਹੀਂ ਇਹ ਬ੍ਰਹਮ ਹੱਤਿਆ ਲੱਗ ਜਾਣੀ ਹੈ। ਤਾਂ ਫਿਰ ਉਹਨੇ ਆਪਣੇ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ ਵੀ ਹੁਣ ਹੱਤਿਆ ਕਰ ਤੇ ਇਹਨਾਂ ਦੇ ਬੈਠਾ ਬ੍ਰਾਹਮਣਾਂ ਦੀ, ਤੇ ਇਹ ਹੁਣ ਹਟੇ ਕਿਵੇਂ? ਕਹਿਣ ਲੱਗੇ ਤੂੰ ਮਹਾਭਾਰਤ ਦੀ ਜਿਹੜੀ ਬ੍ਰਹਮ ਹੱਤਿਆ ਕਰਕੇ ਇਹਨੂੰ ਸਰੀਰ 'ਤੇ ਕੋਹੜ ਚੱਲ ਗਿਆ। ਸਰੀਰ 'ਤੇ ਕੋਹੜ ਜਦੋਂ ਚੱਲ ਗਿਆ, ਫਿਰ ਸਾਧ ਸੰਗਤ ਜੀ ਨੇ ਕਿਹਾ, ਪੁੱਛਿਆ ਕਿਸੇ ਸਿਆਣੇ ਬੰਦੇ ਨੂੰ ਵੀ ਇਹਨ ਹਟੇ ਕਿਵੇਂ? ਉਹਨੇ ਕਿਹਾ ਤੂੰ ਮਹਾਭਾਰਤ ਦੀ ਜਿਹੜੀ ਕਥਾ ਉਹਦਾ ਪਾਠ ਸੁਣਿਆ ਕਰ। ਮਹਾਭਾਰਤ ਲਿਖੀ ਹੋਈ ਹੈ ਜਿਹੜੀ, ਜਿਵੇਂ ਜਿਵੇਂ ਮਹਾਭਾਰਤ ਹੋਈ ਸੀ ਇਹ ਸੁਣਦਾ ਗਿਆ, ਇਹਦਾ ਉਹ ਕਹਿੰਦੇ ਵੀ ਹਟ ਗਿਆ, ਜਿਹੜਾ ਇਹਨੂੰ ਕੋੜ ਕਾੜ ਜਿਹਾ ਹੋਇਆ ਸੀ ਉਹ ਹਟ ਗਿਆ, ਥੋੜ੍ਹਾ ਜਿਹਾ ਰਹਿ ਗਿਆ ਤਾਂ ਮੂੰਹ ਦੇ ਉੱਤੇ, ਨੱਕ 'ਤੇ। ਤਾਂ ਜਦੋਂ ਆਇਆ ਨਾ ਸਾਧ ਸੰਗਤ ਜੀ, ਇਹਦੇ ਵਿੱਚ ਆਇਆ ਆਪਣੇ ਮਹਾਭਾਰਤ ਦੇ ਵਿੱਚ ਵੀ ਜਦੋਂ ਭੀਮ ਆਇਆ ਤੇ ਭੀਮ ਨੇ ਹਾਥੀ ਫੜ ਫੜ ਕੇ ਆਕਾਸ਼ ਵਿੱਚ ਵਗਾਏ। ਇਹ ਕਥਾ ਆਈ ਉਹਦੇ ਵਿੱਚ, ਜਿਵੇਂ ਉਹਨਾਂ ਦੀਆਂ ਕਥਾ ਲਿਖੀਆਂ ਸਨ। ਜਾਂ ਤਾਂ ਹੁਣ ਬੰਦਾ ਮੰਨੇ ਹੀ ਨਾ, ਸੁਣੇ ਨਾ। ਅਸੀਂ ਹੁਣ ਸਾਡੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ 10ਮ ਗ੍ਰੰਥ ਹੈ, ਜਾਂ ਸਾਡੇ ਆਪਣੇ ਗ੍ਰੰਥ ਨੇ, ਅਸੀਂ ਉਹਨਾਂ ਦੇ ਉੱਤੇ ਜਿਹੜੀ ਹੈ ਸੁਣਦੇ ਹਾਂ। ਅਸੀਂ ਇਹਨਾਂ ਕੀ ਹੋਇਆ ਇਹ ਜਾਣਨ ਤੇ ਇਹਨਾਂ ਦੀਆਂ ਜਾਣਨ, ਗੱਲ ਤੇ ਬੜੀ ਇਹਨਾਂ ਦੀ ਅੱਗੇ ਪਿੱਛੇ ਵੇ। ਪਰ ਉਹ ਹੁਣ ਉਹਨਾਂ ਨੂੰ ਮੰਨਦਾ ਸੀ ਉੱਧਰੋਂ, ਤੇ ਸੁਣ ਰਿਹਾ ਸੀ ਉਧਾਰ ਵਾਸਤੇ। ਜਦੋਂ ਉਹਦੇ ਵਿੱਚ ਕਥਾ ਆਈ ਨਾ ਵੀ ਉਹਨੇ ਹਾਥੀ ਵਗਾਏ ਸੀ ਆਕਾਸ਼ ਵਿੱਚ ਚੁੱਕ ਕੇ ਭੀਮ ਨੇ,
ਇਹਨੂੰ ਸ਼ੰਕਾ ਜਾਗ ਪਿਆ। ਕਹਿੰਦੇ ਵੇਖੋ ਕਿੱਡਾ ਵੱਡਾ ਇਹਨਾਂ ਗੱਪ ਲਿਖਿਆ ਹੋਇਆ ਵੀ ਇਹ ਵੀ ਹੋ ਸਕਦਾ ਬੰਦਾ ਹਾਥੀ ਚੁੱਕ ਲਵੇ, ਕਿਵੇਂ ਚੁੱਕ ਸਕਦਾ। ਕਹਿੰਦੇ ਨੇ ਉੱਥੇ ਫਿਰ